ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬੋਲੀ ਦੀ, ਜਿਸ ਨੂੰ ਭਾਸ਼ਾ ਵੀ ਆਖਦੇ ਹਨ। ਬਹੁਤ ਸਮਾਂ ਪਹਿਲਾਂ ਮਨੁੱਖ ਆਪਣੇ ਮਨ ਦੇ ਭਾਵਾਂ ਨੂੰ ਕੇਵਲ ਇਸ਼ਾਰਿਆਂ ਨਾਲ ਪ੍ਰਗਟ ਕਰਦਾ ਸੀ। ਫਿਰ ਸਮਾਂ ਪਾ ਕੇ ਜਦੋਂ ਉਸਨੇ ਮੂੰਹ ਵਿੱਚੋਂ ਕੱਢੀਆਂ ਆਵਾਜ਼ਾਂ ਨੂੰ ਅਰਥ ਦਿੱਤੇ ਤਾਂ ਉਹ ਬੋਲੀ ਬਣ ਗਈ। ਫਿਰ ਉਸਨੇ ਬੋਲੀ ਜਾਂ ਆਪਣੀਆਂ ਗੱਲਾਂ ਨੂੰ ਲੰਮੇ ਸਮੇਂ ਤੱਕ ਰੱਖਣ ਲਈ, ਦੂਜਿਆਂ ਤੱਕ ਪਹੁੰਚਾਉਣ ਲਈ ਇਹਨਾਂ ਨੂੰ ਲਿਖਤੀ ਰੂਪ ਦਿੱਤਾ। ਮਨੁੱਖ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਜਿਸ ਸਾਧਨ ਰਾਹੀਂ ਦਰਸਾਉਂਦਾ ਹੈ ਉਸ ਨੂੰ ਬੋਲੀ ਜਾਂ ਭਾਸ਼ਾ ਆਖਦੇ ਹਨ। ਇੱਕ ਬੋਲੀ ਤੋਂ ਹੀ ਅਸੀਂ ਬੋਲਣਾ, ਸੁਣਨਾ, ਲਿਖਣਾ ਤੇ ਪੜ੍ਹਨਾ 4 ਕੰਮ ਲੈਂਦੇ ਹਾਂ। ਬੋਲੀ ਜਾਂ ਭਾਸ਼ਾ ਦੀਆਂ 2 ਕਿਸਮਾਂ ਹੁੰਦੀਆਂ ਹਨ, ਬੋਲਚਾਲ ਦੀ ਬੋਲੀ ਤੇ ਲਿਖਤੀ ਬੋਲੀ। ਬੋਲਚਾਲ ਦੀ ਬੋਲੀ ਨੂੰ ਮੌਖਿਕ ਭਾਸ਼ਾ ਵੀ ਕਿਹਾ ਜਾਂਦਾ ਹੈ। ਜਦੋਂ ਕੋਈ ਵੀ ਵਿਅਕਤੀ ਆਪਣੀ ਗੱਲ ਕਿਸੇ ਦੂਸਰੇ ਵਿਅਕਤੀ ਨੂੰ ਬੋਲ ਕੇ ਸਮਝਾਉਂਦਾ ਹੈ ਤਾਂ ਉਸ ਨੂੰ ਬੋਲਚਾਲ ਦੀ ਭਾਸ਼ਾ ਆਖਦੇ ਹਨ। ਉਦਾਹਰਨ ਦੇ ਤੌਰ ਤੇ ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਧੀ ਆਪਣੀ ਮਾਂ ਨਾਲ ਗੱਲਬਾਤ ਕਰ ਰਹੀ ਹੈ। ਉਹ ਆਪਣੀ ਮੰਮੀ ਨੂੰ ਕਹਿ ਰਹੀ ਹੈ, ਮੰਮੀ ਅੱਜ ਸਾਨੂੰ ਸਕੂਲੋਂ ਜਲਦੀ ਛੁੱਟੀ ਹੋ ਗਈ। ਫਿਰ ਉਸ ਦੀ ਮੰਮੀ ਕਹਿ ਰਹੀ ਹੈ, ਬਹੁਤ ਵਧੀਆ, ਕੁਝ ਦੇਰ ਆਰਾਮ ਕਰ, ਫਿਰ ਪੜ੍ਹਾਈ ਕਰ ਲੈਣਾ। ਸੋ ਬੋਲਣਾ ਮੌਖਿਕ ਭਾਸ਼ਾ ਦਾ ਪਹਿਲਾ ਰੂਪ ਹੈ। ਇਸ ਵਿੱਚ ਬੋਲ ਕੇ ਆਪਣੀ ਗੱਲ ਕਹੀ ਜਾਂਦੀ ਹੈ ਤੇ ਦੂਜਾ ਉਸ ਨੂੰ ਸੁਣ ਕੇ ਸਮਝਦਾ ਹੈ। ਬੋਲੀ ਦਾ ਦੂਸਰਾ ਰੂਪ ਹੈ ਲਿਖਤੀ ਬੋਲੀ। ਜਦੋਂ ਕੋਈ ਵਿਅਕਤੀ ਆਪਣੇ ਮਨ ਦੇ ਭਾਵ ਲਿਖ ਕੇ ਦੂਜਿਆਂ ਤੱਕ ਪਹੁੰਚਾਉਂਦਾ ਹੈ ਤਾਂ ਉਸ ਨੂੰ ਲਿਖਤੀ ਬੋਲੀ ਆਖਦੇ ਹਨ। ਲਿਖਣਾ ਭਾਵ ਲਿਖਤੀ ਰੂਪ ਭਾਸ਼ਾ ਦਾ ਦੂਜਾ ਰੂਪ ਹੈ। ਇਸ ਵਿੱਚ ਲਿਖ ਕੇ ਆਪਣੀ ਗੱਲ ਦੂਜੇ ਤੱਕ ਪਹੁੰਚਾਈ ਜਾਂਦੀ ਹੈ ਤੇ ਦੂਜਾ ਉਸ ਨੂੰ ਪੜ੍ਹ ਕੇ ਸਮਝਦਾ ਹੈ। ਉਦਾਹਰਨ ਦੇ ਤੌਰ ਤੇ ਚਿੱਠੀ ਲਿਖ ਕੇ ਅਸੀਂ ਆਪਣੇ ਮਨ ਦੇ ਵਿਚਾਰ ਦੂਜਿਆਂ ਤੱਕ ਪਹੁੰਚਾ ਸਕਦੇ ਹਾਂ ਤੇ ਕਿਤਾਬਾਂ ਤੇ ਅਖਬਾਰਾਂ ਦੇ ਰਾਹੀਂ ਦੂਜਿਆਂ ਦੇ ਵਿਚਾਰ ਸਮਝ ਸਕਦੇ ਹਾਂ। ਇਸ ਤੋਂ ਇਲਾਵਾ ਕੁਝ ਹੋਰ ਵੀ ਸਾਧਨ ਹਨ ਜਿਸ ਨਾਲ ਅਸੀਂ ਬਿਨਾਂ ਬੋਲਿਆਂ ਆਪਣੇ ਮਨ ਦੀ ਗੱਲ ਦੂਜਿਆਂ ਤੱਕ ਪਹੁੰਚਾ ਸਕਦੇ ਹਾਂ। ਜਿਵੇਂ ਕਿ ਤੁਸੀਂ ਵੇਖਿਆ ਹੋਵੇਗਾ ਕਿ ਸੜਕਾਂ ਤੇ ਲੱਗੇ ਸਾਈਨ ਬੋਰਡ ਵੀ ਸਾਨੂੰ ਕੁਝ ਦੱਸ ਰਹੇ ਹੁੰਦੇ ਹਨ ਤੇ ਕਈ ਵਾਰ ਅਸੀਂ ਵੀ ਇਸ਼ਾਰਿਆਂ ਦੇ ਨਾਲ ਆਪਣੀ ਗੱਲ ਦੂਜਿਆਂ ਦੇ ਨਾਲ ਸਾਂਝੀ ਕਰ ਲੈਂਦੇ ਹਾਂ। ਬੋਲਚਾਲ ਦੀ ਭਾਸ਼ਾ ਦਾ ਉਹ ਰੂਪ ਜਿਸ ਦੇ ਕੁਝ ਸ਼ਬਦਾਂ ਨੂੰ ਇਲਾਕੇ ਦੇ ਲੋਕ ਆਪਣੇ ਹਿਸਾਬ ਦੇ ਨਾਲ ਹੀ ਬਦਲ ਲੈਂਦੇ ਹਨ ਤੇ ਬੋਲਦੇ ਹਨ, ਉਸ ਨੂੰ ਉਪਬੋਲੀ ਕਿਹਾ ਜਾਂਦਾ ਹੈ। ਜਿਵੇਂ ਕਈ ਲੋਕ ਸਟੇਸ਼ਨ ਨੂੰ ਟੇਸ਼ਨ ਆਖਦੇ ਹਨ। ਅਸੀਂ ਪੰਜਾਬ ਦੇ ਵਾਸੀ ਹਾਂ। ਪੰਜਾਬੀ ਭਾਸ਼ਾ ਪੰਜਾਬੀਆਂ ਦੀ ਮਾਂ ਬੋਲੀ ਹੈ। ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਵੀ ਹੈ। ਹਰ ਬੱਚੇ ਨੂੰ ਆਪਣੀ ਮਾਂ ਬੋਲੀ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ। ਭਾਰਤ ਬਹੁਤ ਵੱਡਾ ਦੇਸ਼ ਹੈ। ਵੱਖ-ਵੱਖ ਪ੍ਰਾਂਤਾਂ ਦੇ ਲੋਕਾਂ ਦੀ ਮਾਂ ਬੋਲੀ ਵੀ ਵੱਖਰੀ ਵੱਖਰੀ ਹੈ, ਪਰ ਜਦੋਂ ਇਹ ਸਾਰੇ ਭਾਰਤੀ ਆਪਸ ਵਿੱਚ ਗੱਲਬਾਤ ਕਰਦੇ ਹਨ ਤਾਂ ਉਹ ਵਧੇਰੇ ਕਰਕੇ ਹਿੰਦੀ ਭਾਸ਼ਾ ਦੀ ਵਰਤੋਂ ਕਰਦੇ ਹਨ। ਇਸ ਕਰਕੇ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ। ਇਸੇ ਤਰ੍ਹਾਂ ਸੰਸਾਰ ਵਿੱਚ ਬਹੁਤ ਸਾਰੇ ਦੇਸ਼ ਹਨ, ਜਿਸ ਦੇ ਕਾਰਨ ਸੰਸਾਰ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ, ਪਰ ਸਾਰੇ ਸੰਸਾਰ ਦੇ ਲੋਕਾਂ ਵੱਲੋਂ ਆਪਸ ਵਿੱਚ ਗੱਲ ਕਰਨ ਲਈ ਅੰਗਰੇਜ਼ੀ ਭਾਸ਼ਾ ਨੂੰ ਵਰਤਿਆ ਜਾਂਦਾ ਹੈ। ਇਸੇ ਕਾਰਨ ਹੀ ਅੰਗਰੇਜ਼ੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ। ਸੋ ਸੰਖੇਪ ਵਿੱਚ ਮਨੁੱਖ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਜਿਸ ਸਾਧਨ ਰਾਹੀਂ ਦਰਸਾਉਂਦਾ ਹੈ ਉਸ ਨੂੰ ਬੋਲੀ ਕਿਹਾ ਜਾਂਦਾ ਹੈ। ਪੰਜਾਬ ਦੀ ਮਾਂ ਬੋਲੀ ਪੰਜਾਬੀ ਹੈ, ਰਾਸ਼ਟਰ ਭਾਸ਼ਾ ਹਿੰਦੀ ਤੇ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਹੈ।